बड़ा ही गहरा दाग है यारों, जिसका गुलामी नाम है। उसका जीना भी क्या जीना, जिसका देश गुलाम है। सीने में जो दिल था यारों, सीने में जो दिल था यारों, आज बना है शोला मेरा, रंग दे बसंती चोला। इस गीत की धुन सुनने नाल सानू जिस क्रांतिकारी की याद आउंदी है, अज आपां उस क्रांतिकारी द्वारा लिखे लेख बारे गल करांगे, जिसका नाम है वाई आई एम एन अथीस्ट बाय भगत सिंह। ਅੱਜ ਜੇ ਕੋਈ ਵਿਅਕਤੀ ਕਿਸੇ ਵੀ ਧਰਮ ਦੇ ਖਿਲਾਫ ਕੁਝ ਵੀ ਬੋਲ ਦੇਵੇ ਤਾਂ ਉਹ ਅਪਰਾਧ ਬਣ ਜਾਂਦਾ ਹੈ। ਅਜਿਹੀ ਗੱਲ ਨਹੀਂ ਹੈ ਕਿ ਇਹ ਅੱਜ ਹੀ ਹੋਣ ਲੱਗਾ ਹੈ, ਇਹ ਰੀਤ ਤਾਂ ਸਦੀਆਂ ਪੁਰਾਣੀ ਹੈ। ਇਤਿਹਾਸ ਨੂੰ ਜੇ ਅਸੀਂ ਦੇਖੀਏ ਤਾਂ ਧਾਰਮਿਕ ਮਾਨਤਾਵਾਂ ਖਿਲਾਫ ਜੇ ਕੋਈ ਵਿਅਕਤੀ ਬੋਲ ਵੀ ਦਿੰਦਾ ਸੀ ਤਾਂ ਉਸ ਨੂੰ ਮੌਤ ਤੱਕ ਦੀ ਸਜ਼ਾ ਦੇ ਦਿੱਤੀ ਜਾਂਦੀ ਸੀ। ਪਰ ਅੱਜ ਮਨੁੱਖ ਤਰਕਾਂ ਨੂੰ ਸੋਚਣ ਲੱਗ ਪਿਆ ਹੈ। ਬਿੱਲੀ ਦੇ ਰਸਤਾ ਕੱਟਣ ਤੇ ਅੱਜ ਸਾਨੂੰ ਉਨਾ ਫਰਕ ਨਹੀਂ ਪੈਂਦਾ ਜਿੰਨਾ ਫਰਕ ਅੱਜ ਤੋਂ ਪਹਿਲਾਂ ਵਾਲੇ ਇਨਸਾਨ ਨੂੰ ਪੈਂਦਾ ਸੀ। ਪਰ ਅੱਜ ਵੀ ਸਾਡੇ ਭਾਰਤ ਵਿੱਚ ਕਿਸੇ ਧਰਮ ਦਾ ਵਿਅਕਤੀ ਹੋਣਾ ਤੇ ਦੂਜੇ ਧਰਮ ਦੇ ਲੋਕਾਂ ਨਾਲ ਰਹਿਣਾ ਇੱਕ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਅਜਿਹੀ ਸਥਿਤੀ ਵਿੱਚ ਨਾਸਤਿਕ ਹੋਣਾ ਤੇ ਚਮਤਕਾਰਾਂ ਦੇ ਖਿਲਾਫ ਬੋਲਣਾ, ਜਿਵੇਂ ਅਗਲਾ ਜਨਮ, ਪਿਛਲਾ ਜਨਮ, ਸਵਰਗ ਜਾਂ ਨਰਕ ਵਰਗੀ ਸੋਚ ਨੂੰ ਚੈਲੰਜ ਕਰਨਾ ਵੀ ਬਹਾਦਰੀ ਦਾ ਕੰਮ ਹੈ। 1930 ਵਿੱਚ ਜਦੋਂ ਭਗਤ ਸਿੰਘ ਲਾਹੌਰ ਸੈਂਟਰਲ ਜੇਲ੍ਹ ਵਿੱਚ ਬੰਦ ਸੀ ਤਾਂ ਉਹਨਾਂ ਨੇ ਇਹ ਲੇਖ ਲਿਖਿਆ ਸੀ। ਇਸ ਲੇਖ ਦੇ ਲਿਖਣ ਦੀ ਵਜ੍ਹਾ ਸੀ ਕਿ ਭਗਤ ਸਿੰਘ ਦੇ ਦੋਸਤ ਭਗਤ ਸਿੰਘ ਨੂੰ ਕਮੰਡੀ ਸਮਝਣ ਲੱਗ ਗਏ ਸਨ। ਉਹ ਕਹਿੰਦੇ ਸੀ ਕਿ ਭਗਤ ਸਿੰਘ ਆਪਣੇ ਆਪ ਨੂੰ ਨਾਸਤਿਕ ਇਸ ਲਈ ਕਹਿੰਦਾ ਹੈ ਕਿਉਂਕਿ ਉਸ ਨੂੰ ਆਪਣੇ ਆਪ ਉੱਪਰ ਅਹੰਕਾਰ ਤੇ ਕਮੰਡ ਹੋ ਗਿਆ ਹੈ। ਇਸ ਦਾ ਜਵਾਬ ਦਿੰਦੇ ਹੋਏ ਭਗਤ ਸਿੰਘ ਲੇਖ ਵਿੱਚ ਲਿਖਦੇ ਨੇ ਕਿ ਮੇਰਾ ਨਾਸਤਿਕ ਹੋਣ ਦਾ ਕਾਰਨ ਮੇਰਾ ਕਮੰਡ ਹੈ। ਜੇਕਰ ਰੱਬ ਵਿੱਚ ਮੇਰਾ ਵਿਸ਼ਵਾਸ ਨਹੀਂ ਹੈ ਤਾਂ ਕੀ ਕਾਰਨ ਹੈ ਕਿ ਇਹ ਮੇਰਾ ਕਮੰਡ ਹੈ? ਇਹ ਸਵਾਲ ਮੇਰੇ ਦੋਸਤ ਮਿੱਤਰ ਮੇਰੇ ਤੋਂ ਪੁੱਛਦੇ ਨੇ। ਮੈਨੂੰ ਅਹਿਸਾਸ ਵੀ ਨਹੀਂ ਹੋਇਆ ਕਿ ਮੇਰੇ ਵਰਤਾਵ ਕਾਰਨ ਉਹਨਾਂ ਨੂੰ ਅਜਿਹਾ ਲੱਗਾ। ਮੈਂ ਇੱਕ ਆਮ ਆਦਮੀ ਹਾਂ, ਇਸ ਤੋਂ ਜ਼ਿਆਦਾ ਮੈਂ ਖੁਦ ਨੂੰ ਕੁਝ ਨਹੀਂ ਸਮਝ ਸਕਦਾ। ਹਾਂ, ਮੈਂ ਸਵੀਕਾਰ ਕਰਦਾ ਹਾਂ ਕਿ ਕਦੇ-ਕਦਾਈ ਮੇਰੇ ਵਿੱਚ ਕਮੰਡ ਅਤੇ ਅਹੰਕਾਰ ਹੁੰਦਾ ਹੈ, ਪਰ ਇਹ ਮੇਰਾ ਨਾਸਤਿਕ ਹੋਣ ਦਾ ਕਾਰਨ ਬਿਲਕੁਲ ਨਹੀਂ ਹੈ। ਮੇਰੇ ਕੁਝ ਦੋਸਤ ਮੈਨੂੰ ਤਾਨਾਸ਼ਾਹ ਅਤੇ ਹੁਕਮ ਚਲਾਉਣ ਵਾਲਾ ਕਹਿੰਦੇ ਨੇ। ਕੁਝ ਕਹਿੰਦੇ ਨੇ ਕਿ ਮੈਂ ਹਰ ਕੰਮ ਆਪਣੀ ਮਰਜ਼ੀ ਨਾਲ ਕਰਦਾ ਹਾਂ। ਉਹਨਾਂ ਦੀ ਸ਼ਿਕਾਇਤ ਹੈ ਕਿ ਮੈਂ ਆਪਣੀ ਗੱਲ ਦੂਜਿਆਂ ਤੇ ਥੋਪਦਾ ਹਾਂ ਅਤੇ ਉਦੋਂ ਤੱਕ ਬਹਿਸ ਕਰਦਾ ਹਾਂ ਜਦੋਂ ਤੱਕ ਮੇਰੀ ਗੱਲ ਨਹੀਂ ਮੰਨ ਲਈ ਜਾਂਦੀ। ਹਾਂ, ਇਹ ਗੱਲ ਹੈ, ਮੈਂ ਇਸ ਤੋਂ ਮਨਾ ਨਹੀਂ ਕਰ ਸਕਦਾ। ਮੈਂ ਇਸ ਗੱਲ ਤੋਂ ਵੀ ਮਨਾ ਨਹੀਂ ਕਰ ਸਕਦਾ ਕਿ ਮੇਰੇ ਵਿੱਚ ਈਗੋ ਹੈ। ਸਾਡੇ ਸਮਾਜ ਵਿੱਚ ਇਸ ਨੂੰ ਅਹੰਕਾਰ ਜਾਂ ਆਪਣੇ ਆਪ ਤੇ ਬਹੁਤ ਜ਼ਿਆਦਾ ਮਾਣ ਕਰਨ ਵਾਲਾ ਕਹਿੰਦੇ ਨੇ। ਜੇਕਰ ਇਹ ਗੱਲ ਸੱਚ ਹੈ ਕਿ ਮੈਂ ਆਪਣੇ ਕਮੰਡ ਕਾਰਨ ਨਾਸਤਿਕ ਹਾਂ ਤਾਂ ਇਸ ਦੀ ਦੋ ਵਜ੍ਹਾ ਹੋ ਸਕਦੀ ਹੈ। ਪਹਿਲੀ ਵਜ੍ਹਾ ਹੈ ਕਿ ਮੈਨੂੰ ਆਪਣੇ ਆਪ ਤੇ ਇੰਨਾ ਮਾਣ ਹੈ ਕਿ ਮੈਂ ਰੱਬ ਨੂੰ ਆਪਣਾ ਦੁਸ਼ਮਣ ਸਮਝਦਾ ਹਾਂ। ਦੂਜੀ ਵਜ੍ਹਾ ਹੈ ਕਿ ਮੈਨੂੰ ਇੰਨਾ ਹੰਕਾਰ ਹੈ ਕਿ ਮੈਂ ਆਪਣੇ ਆਪ ਨੂੰ ਹੀ ਰੱਬ ਸਮਝਣ ਲੱਗ ਗਿਆ ਹਾਂ। ਇਹਨਾਂ ਦੋਨਾਂ ਵਿੱਚੋਂ ਕੋਈ ਵੀ ਗੱਲ ਸਹੀ ਹੋਵੇ, ਦੋਨਾਂ ਹੀ ਸੂਰਤਾਂ ਵਿੱਚ ਮੈਂ ਹੀ ਹਾਰਾਂਗਾ। ਕਿਉਂਕਿ ਜੇ ਪਹਿਲੀ ਗੱਲ ਸਹੀ ਹੈ ਤਾਂ ਮੈਂ ਸਹੀ ਮਾਇਨੇ ਵਿੱਚ ਨਾਸਤਿਕ ਹੋਇਆ ਹੀ ਨਹੀਂ, ਕਿਉਂਕਿ ਰੱਬ ਦਾ ਦੁਸ਼ਮਣ ਬਣਨ ਲਈ ਮੈਨੂੰ ਪਹਿਲਾਂ ਮੰਨਣਾ ਪਏਗਾ ਕਿ ਰੱਬ ਅਸਲ ਵਿੱਚ ਹੁੰਦਾ ਹੈ। ਜੇ ਦੂਜੀ ਗੱਲ ਸਹੀ ਹੈ ਤਾਂ ਮੈਨੂੰ ਰੱਬ ਦੇ ਹੋਣ ਵਾਲੀ ਗੱਲ ਤੇ ਵਿਸ਼ਵਾਸ ਕਰਨਾ ਹੋਵੇਗਾ ਕਿ ਉੱਪਰ ਕੋਈ ਰੱਬ ਹੈ ਜੋ ਪੂਰੀ ਦੁਨੀਆ ਨੂੰ ਦੇਖ ਰਿਹਾ ਹੈ। ਹੁਣ ਇਹ ਕਹਿਣਾ ਕਿ ਮੈਂ ਰੱਬ ਦਾ ਦੁਸ਼ਮਣ ਹਾਂ ਜਾਂ ਮੈਂ ਖੁਦ ਹੀ ਰੱਬ ਦਾ ਕੋਈ ਅਵਤਾਰ ਹਾਂ, ਤਾਂ ਦੋਨਾਂ ਹੀ ਗੱਲਾਂ ਵਿੱਚ ਮੈਨੂੰ ਰੱਬ ਦੇ ਹੋਣ ਵਿੱਚ ਵਿਸ਼ਵਾਸ ਕਰਨਾ ਪਵੇਗਾ। ਪਰ ਮੈਂ ਬਿਲਕੁਲ ਨਹੀਂ ਮੰਨਦਾ ਕਿ ਕੋਈ ਰੱਬ ਹੈ, ਇਸ ਲਈ ਮੈਂ ਹੰਕਾਰੀ ਨਹੀਂ ਹੋਇਆ। ਮੈਂ ਆਪਣੇ ਆਪ ਨੂੰ ਕੋਈ ਰੱਬ ਨਹੀਂ ਸਮਝਦਾ ਤੇ ਮੈਨੂੰ ਰੱਬ ਜਾਂ ਕਿਸੇ ਹੋਰ એનર્ਜੀ ਦੇ ਹੋਣ ਤੇ ਕੋਈ ਵਿਸ਼ਵਾਸ ਵੀ ਨਹੀਂ ਹੈ। ਅੱਗੇ ਭਗਤ ਸਿੰਘ ਲਿਖਦੇ ਨੇ ਕਿ ਮੇਰੇ ਦੋਸਤਾਂ ਨੇ ਮੇਰੇ ਬਾਰੇ ਇਸ ਤਰ੍ਹਾਂ ਕਿਵੇਂ ਸੋਚਿਆ? ਉਹਨਾਂ ਨੇ ਕਿਉਂ ਸੋਚਿਆ ਕਿ ਮੈਂ ਹੰਕਾਰੀ ਹਾਂ ਅਤੇ ਨਾਸਤਿਕ ਬਣ ਗਿਆ ਹਾਂ? ਅਦਾਲਤ ਵਿੱਚ ਚੱਲ ਰਹੇ ਮੁਕੱਦਮੇ ਕਾਰਨ ਮੈਂ ਪ੍ਰਸਿੱਧ ਹੋ ਗਿਆ। ਦਿੱਲੀ ਵਿੱਚ ਹੋਏ ਬੰਬ ਧਮਾਕਿਆਂ ਅਤੇ ਲਾਹੌਰ ਸਾਜ਼ਿਸ਼ ਕੇਸ ਕਾਰਨ ਲੋਕ ਮੇਰਾ ਨਾਂ ਜਾਣਨ ਲੱਗ ਪਏ। ਮੇਰੇ ਦੋਸਤਾਂ ਨੇ ਇਹ ਮਹਿਸੂਸ ਕੀਤਾ ਕਿ ਇਹ ਪ੍ਰਸਿੱਧੀ ਮੇਰੇ ਸਿਰ ਚੜ ਗਈ ਹੈ। ਇਸ ਲਈ ਆਓ ਮੈਂ ਤੁਹਾਨੂੰ ਸੱਚ ਦੱਸਾਂ, ਮੈਂ ਅਚਾਨਕ ਜਾਂ ਹੁਣੇ ਨਾਸਤਿਕ ਨਹੀਂ ਬਣਿਆ। ਮੈਂ ਜਦੋਂ ਕਾਲਜ ਵਿੱਚ ਸੀ ਮੈਂ ਉਦੋਂ ਤੋਂ ਹੀ ਨਾਸਤਿਕ ਹਾਂ। ਮੈਂ ਚੰਗਾ ਵਿਦਿਆਰਥੀ ਨਹੀਂ ਸੀ, ਮੈਂ ਚੁਸਤ ਜਾਂ ਚਲਾਕ ਨਹੀਂ ਸੀ ਅਤੇ ਨਾ ਹੀ ਮਿਹਨਤੀ ਸੀ। ਮੈਂ ਬਹੁਤ ਸ਼ਰਮੀਲਾ ਲੜਕਾ ਸੀ ਜੋ ਹਮੇਸ਼ਾ ਆਪਣੇ ਭਵਿੱਖ ਬਾਰੇ ਨਕਾਰਾਤਮਕ ਸੋਚਦਾ ਸੀ। ਇਸ ਲਈ ਮੈਨੂੰ ਆਪਣੇ ਆਪ ਤੇ ਕਮਾਂਡ ਕਰਨ ਦਾ ਤਾਂ ਮੌਕਾ ਹੀ ਨਹੀਂ ਮਿਲਿਆ। ਹਾਂ, ਮੈਂ ਇਹ ਕਹਿ ਸਕਦਾ ਹਾਂ ਕਿ ਮੈਂ ਸ਼ੁਰੂ ਤੋਂ ਨਾਸਤਿਕ ਨਹੀਂ ਸੀ। ਮੇਰੇ ਦਾਦਾ ਜੀ ਆਰੀਆ ਸਮਾਜ ਤੋਂ ਹਨ। ਮੈਂ ਉਸੇ ਸਮਾਜ ਦੀ ਸੋਚ ਅਤੇ ਵਿਸ਼ਵਾਸ ਦੇ ਵਿਚਕਾਰ ਵੱਡਾ ਹੋਇਆ ਹਾਂ। ਆਪਣੀ ਨਿੱਜੀ ਪੜ੍ਹਾਈ ਤੋਂ ਬਾਅਦ ਮੈਂ DAV ਸਕੂਲ ਲਾਹੌਰ ਵਿੱਚ ਦਾਖਲਾ ਲੈ ਲਿਆ। ਉਸ ਸਮੇਂ ਮੈਂ ਸਵੇਰੇ ਸ਼ਾਮ ਰੱਬ ਅੱਗੇ ਅਰਦਾਸ ਕਰਦਾ ਸੀ। ਮੈਂ ਘੰਟਿਆਂ ਤੱਕ ਗਾਇਤਰੀ ਮੰਤਰ ਦਾ ਜਾਪ ਕਰਦਾ ਸੀ। ਮੈਂ ਪ੍ਰਭੂ ਦਾ ਪੱਕਾ ਸ਼ਰਧਾਲੂ ਸੀ। ਇਸ ਤੋਂ ਬਾਅਦ ਮੈਂ ਆਪਣੇ ਪਿਤਾ ਨਾਲ ਰਹਿਣ ਲੱਗ ਪਿਆ। ਉਹ ਬਹੁਤ ਹੀ ਖੁੱਲੇ ਦਿਲ ਵਾਲੇ ਸਨ।
ਹਮੇਸ਼ਾ ਅੱਗੇ ਦੀ ਸੋਚ ਅਤੇ ਦੂਜਿਆਂ ਦੀ ਭਲਾਈ ਬਾਰੇ ਸੋਚਦੇ ਸਨ। ਮੈਨੂੰ ਆਜ਼ਾਦੀ ਲਈ ਲੜਨ ਦੀ ਪ੍ਰੇਰਣਾ ਵੀ ਉਹਨਾਂ ਤੋਂ ਹੀ ਮਿਲੀ ਹੈ। ਹਾਲਾਂਕਿ ਉਹ ਮੈਨੂੰ ਰੋਜ਼ਾਨਾ ਪ੍ਰਾਰਥਨਾ ਕਰਨ ਲਈ ਕਹਿੰਦੇ ਸਨ। ਉਸ ਤੋਂ ਬਾਅਦ ਮੈਂ ਨੈਸ਼ਨਲ ਕਾਲਜ ਵਿੱਚ ਦਾਖਲਾ ਲੈ ਲਿਆ। ਉੱਥੇ ਮੈਂ ਹੋਰ ਵੀ ਖੁੱਲੀ ਸੋਚ ਵਾਲਾ ਹੋ ਗਿਆ। ਮੈਂ ਬਹੁਤ ਡੂੰਘਾਈ ਨਾਲ ਸੋਚਣਾ ਸ਼ੁਰੂ ਕਰ ਦਿੱਤਾ। ਮੈਂ ਲੰਬੇ ਸਮੇਂ ਤੋਂ ਖੜੀ ਸੋਚ ਅਤੇ ਪੂਰੇ ਸਿਸਟਮ ਤੇ ਸਵਾਲ ਕਰਨ ਲੱਗਾ। ਮੈਂ ਰੱਬ ਨਾਲ ਜੁੜੀਆਂ ਗੱਲਾਂ ਬਾਰੇ ਸਵਾਲ ਕਰਨ ਲੱਗ ਪਿਆ। ਮੈਂ ਹਰ ਗੱਲ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਮੈਂ ਧਰਮ ਨਾਲ ਜੁੜੀਆਂ ਪੁਰਾਣੀਆਂ ਕਹਾਣੀਆਂ ਅਤੇ ਗੱਲਾਂ ਦੀ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ। ਮੈਂ ਉਹਨਾਂ ਵਿੱਚ ਨੁਕਸ ਕੱਢਣ ਲੱਗਾ, ਪਰ ਮੈਂ ਫਿਰ ਵੀ ਰੱਬ ਦੇ ਹੋਣ ਤੇ ਵਿਸ਼ਵਾਸ ਕਰਦਾ ਸੀ। ਬਾਅਦ ਵਿੱਚ ਮੈਂ ਇਨਕਲਾਬੀ ਪਾਰਟੀ ਦਾ ਮੈਂਬਰ ਬਣ ਗਿਆ। ਜੋ ਮੇਰੇ ਪਹਿਲੇ ਆਗੂ ਸਨ, ਉਹਨਾਂ ਨੂੰ ਪਰਮਾਤਮਾ ਦੀ ਹੋਂਦ ਵਿੱਚ ਸ਼ੱਕ ਸੀ, ਪਰ ਉਹਨਾਂ ਨੇ ਇਹ ਕਦੇ ਨਹੀਂ ਕਿਹਾ ਕਿ ਰੱਬ ਨਹੀਂ ਹੈ। ਜਦੋਂ ਵੀ ਮੈਂ ਉਹਨਾਂ ਨੂੰ ਪੁੱਛਦਾ ਸੀ ਤਾਂ ਉਹ ਕਹਿੰਦੇ ਸਨ ਕਿ ਜੇ ਤੁਸੀਂ ਪ੍ਰਾਰਥਨਾ ਕਰਨੀ ਹੈ ਤਾਂ ਜ਼ਰੂਰ ਕਰੋ। ਮੈਨੂੰ ਲੱਗਦਾ ਸੀ ਕਿ ਇਸ ਤਰ੍ਹਾਂ ਸੋਚਣ ਦਾ ਕੋਈ ਮਤਲਬ ਨਹੀਂ ਹੈ। ਅਗਲੀਆਂ ਜੋ ਵੀ ਘਟਨਾਵਾਂ ਮੇਰੇ ਨਾਲ ਵਾਪਰੀਆਂ, ਮੈਂ ਉਹਨਾਂ ਦਾ ਸਾਹਮਣਾ ਨਾਸਤਿਕ ਵਾਂਗ ਕੀਤਾ। ਮੈਨੂੰ 1927 ਨੂੰ ਲਾਹੌਰ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਮੈਂ ਬਹੁਤ ਹੈਰਾਨ ਹੋਇਆ। ਮੈਨੂੰ ਪਤਾ ਵੀ ਨਹੀਂ ਸੀ ਕਿ ਪੁਲਿਸ ਮੈਨੂੰ ਲੱਭ ਰਹੀ ਹੈ। ਮੈਂ ਇੱਕ ਬਾਗ ਕੋਲੋਂ ਦੀ ਲੰਘ ਰਿਹਾ ਸੀ ਜਦੋਂ ਪੁਲਿਸ ਵਾਲਿਆਂ ਨੇ ਮੈਨੂੰ ਚਾਰੇ ਪਾਸਿਓਂ ਘੇਰ ਲਿਆ। ਮੈਨੂੰ ਥਾਣੇ ਲਿਜਾਇਆ ਗਿਆ, ਜਿੱਥੇ ਮੈਨੂੰ 1 ਮਹੀਨੇ ਤੱਕ ਬੰਦ ਰੱਖਿਆ ਗਿਆ। ਮੈਨੂੰ ਪਤਾ ਸੀ ਕਿ ਪੁਲਿਸ ਮੇਰੇ ਨਾਲ ਕੁਝ ਵੀ ਕਰ ਸਕਦੀ ਹੈ। ਕੁਝ ਲੋਕਾਂ ਨੇ ਮੈਨੂੰ ਰੱਬ ਅੱਗੇ ਪ੍ਰਾਰਥਨਾ ਕਰਨ ਲਈ ਕਿਹਾ, ਪਰ ਹੁਣ ਤੱਕ ਮੈਂ ਨਾਸਤਿਕ ਬਣ ਚੁੱਕਾ ਸੀ। CID ਦਾ ਸੀਨੀਅਰ ਸੁਪਰਡੈਂਟ ਮੈਨੂੰ ਇਹ ਦੱਸਣ ਆਇਆ ਕਿ ਮੇਰੇ ਨਾਲ ਕੀ ਕੁਝ ਹੋ ਸਕਦਾ ਹੈ ਜੇਕਰ ਮੈਂ ਉਹਨਾਂ ਨੂੰ ਕੁਝ ਨਹੀਂ ਦੱਸਿਆ। ਉਹ ਅਦਾਲਤ ਵਿੱਚ ਮੇਰਾ ਕੇਸ ਸ਼ੁਰੂ ਕਰਨਗੇ। ਉਹ ਮੇਰਾ ਨਾਂ ਕਾਕੋਰੀ ਕਾਂਡ ਅਤੇ ਦੁਸ਼ਹਿਰਾ ਕਾਂਡ ਨਾਲ ਜੋੜ ਦੇਣਗੇ ਤਾਂ ਜੋ ਮੈਨੂੰ ਜਲਦੀ ਸਜ਼ਾ ਦਿੱਤੀ ਜਾ ਸਕੇ। ਉਸਨੇ ਦੱਸਿਆ ਕਿ ਪੁਲਿਸ ਕੋਲ ਮੇਰੇ ਖਿਲਾਫ ਇੰਨੇ ਸਬੂਤ ਨੇ ਕਿ ਮੈਨੂੰ ਆਸਾਨੀ ਨਾਲ ਫਾਂਸੀ ਦੀ ਸਜ਼ਾ ਹੋ ਸਕਦੀ ਹੈ। ਮੈਂ ਉਹਨਾਂ ਦਾ ਇਹ ਪ੍ਰਪੋਜ਼ਲ ਸੁਣ ਕੇ ਬਹੁਤ ਹੱਸਿਆ। ਮੈਂ ਸੋਚਦਾ ਸੀ ਕਿ ਮੈਂ ਉਦੋਂ ਹੀ ਨਾਸਤਿਕ ਹਾਂ ਜਦੋਂ ਮੈਂ ਬਹੁਤ ਸ਼ਾਂਤ ਹਾਂ ਤੇ ਖੁਸ਼ ਹਾਂ। ਮੈਂ ਸੋਚਿਆ ਕਿ ਸ਼ਾਇਦ ਕਾਕੋਰੀ ਦੇ ਸ਼ਹੀਦਾਂ ਵਾਂਗ ਮੈਂ ਵੀ ਔਖੇ ਵੇਲੇ ਰੱਬ ਅੱਗੇ ਅਰਦਾਸ ਕਰਨ ਲੱਗ ਜਾਵਾਂਗਾ। ਪਰ ਮੈਨੂੰ ਅਹਿਸਾਸ ਹੋਇਆ ਕਿ ਇਸ ਬੁਰੇ ਸਮੇਂ ਵਿੱਚ ਵੀ ਜਦੋਂ ਮੈਨੂੰ ਫਾਂਸੀ ਦਿੱਤੀ ਜਾ ਸਕਦੀ ਹੈ, ਮੈਂ ਰੱਬ ਵਿੱਚ ਵਿਸ਼ਵਾਸ ਨਹੀਂ ਕਰ ਸਕਦਾ। ਮੈਂ ਆਪਣੀ ਗੱਲ ਤੇ ਅੜਿਆ ਰਿਹਾ। ਤੁਸੀਂ ਕਹਿ ਸਕਦੇ ਹੋ ਕਿ ਮੈਂ ਇਮਤਿਹਾਨ ਪਾਸ ਕੀਤਾ। ਮੈਨੂੰ ਆਪਣੇ ਆਪ ਨੂੰ ਬਚਾਉਣ ਦੀ ਕੋਈ ਇੱਛਾ ਨਹੀਂ ਸੀ। ਮੈਂ ਹਰ ਵਾਰ ਪੂਰੀ ਤਰ੍ਹਾਂ ਨਾਸਤਿਕ ਰਿਹਾ। ਪਰਮਾਤਮਾ ਵਿੱਚ ਭਰੋਸਾ ਮੁਸੀਬਤਾਂ ਦਾ ਸਾਹਮਣਾ ਕਰਨ ਦੀ ਤਾਕਤ ਦਿੰਦਾ ਹੈ, ਮੁਸ਼ਕਲਾਂ ਆਸਾਨ ਬਣਾਉਂਦਾ ਹੈ। ਮਨੁੱਖ ਨੂੰ ਪਰਮਾਤਮਾ ਵਿੱਚ ਆਸਰਾ ਤੇ ਆਸ ਨਜ਼ਰ ਆਉਂਦੀ ਹੈ, ਪਰ ਜੇਕਰ ਇਹ ਸੋਚ ਹੋਵੇ ਕਿ ਰੱਬ ਹੈ ਹੀ ਨਹੀਂ ਤਾਂ ਮਨੁੱਖ ਨੂੰ ਆਪਣੇ ਆਪ ਤੇ ਭਰੋਸਾ ਕਰਨਾ ਪੈਂਦਾ ਹੈ। ਉਹ ਕਿਸੇ ਤੇ ਨਿਰਭਰ ਨਹੀਂ ਹੁੰਦਾ। ਉਸ ਨੂੰ ਆਪਣੇ ਪੈਰਾਂ ਤੇ ਖੜਾ ਹੋਣਾ ਹੀ ਪੈਂਦਾ ਹੈ। ਜ਼ਿੰਦਗੀ ਦੇ ਤੂਫਾਨਾਂ ਅਤੇ ਮੁਸ਼ਕਲਾਂ ਨਾਲ ਇਕੱਲੇ ਲੜਨਾ ਪੈਂਦਾ ਹੈ। ਅਜਿਹੇ ਲੋੜ ਦੇ ਸਮੇਂ ਵਿੱਚ ਮਨੁੱਖ ਹੰਕਾਰੀ ਨਹੀਂ ਹੋ ਸਕਦਾ। ਉਹ ਰੱਬ ਨੂੰ ਚੁਣੌਤੀ ਨਹੀਂ ਦੇ ਸਕਦਾ। ਇੰਜ ਲੱਗ ਰਿਹਾ ਸੀ ਕਿ ਮੈਂ ਕਿਸੇ ਤੂਫਾਨ ਵਿੱਚ ਫਸ ਗਿਆ ਹਾਂ। ਅਗਲੇ 1 ਹਫ਼ਤੇ ਵਿੱਚ ਅਦਾਲਤ ਆਪਣਾ ਫੈਸਲਾ ਸੁਣਾਉਣ ਵਾਲੀ ਹੈ। ਮੇਰੇ ਕੋਲ ਕੋਈ ਉਮੀਦ ਜਾਂ ਸਮਰਥਨ ਨਹੀਂ ਸੀ, ਸਿਵਾਏ ਇਸ ਤੋਂ ਇਲਾਵਾ ਕਿ ਮੈਂ ਹਮੇਸ਼ਾ ਆਪਣੇ ਅਸੂਲਾਂ ਲਈ ਲੜਿਆ ਹਾਂ। ਮੈਂ ਹਮੇਸ਼ਾ ਉਸ ਲਈ ਖੜਾ ਰਿਹਾ ਹਾਂ ਜਿਸ ਵਿੱਚ ਮੈਂ ਸਭ ਤੋਂ ਵੱਧ ਵਿਸ਼ਵਾਸ ਕਰਦਾ ਸੀ, ਅਤੇ ਅੱਜ ਇਸ ਲਈ ਮੇਰੀ ਜਾਨ ਵੀ ਜਾ ਸਕਦੀ ਹੈ। ਹਿੰਦੂ ਧਰਮ ਨੂੰ ਮੰਨਣ ਵਾਲੇ ਕ੍ਰਾਂਤੀਕਾਰੀ ਸੋਚਦੇ ਹੋਣਗੇ ਕਿ ਉਹ ਅਗਲੇ ਜਨਮ ਵਿੱਚ ਰਾਜਾ ਬਣ ਕੇ ਪੈਦਾ ਹੋਵੇਗਾ। ਈਸਾਈ ਇਨਕਲਾਬੀ ਸੋਚਦੇ ਹੋਣਗੇ ਕਿ ਉਹ ਸਦਾ ਲਈ ਸਵਰਗ ਵਿੱਚ ਰਹੇਗਾ। ਪਰ ਮੈਂ ਕੀ ਆਸ ਰੱਖਾਂ? ਮੈਂ ਨਾਸਤਿਕ ਹਾਂ। ਮੈਂ ਬਸ ਇੰਨਾ ਜਾਣਦਾ ਹਾਂ ਕਿ ਜਦੋਂ ਰੱਸੀ ਮੇਰੇ ਗਲ ਦੁਆਲੇ ਹੋਵੇਗੀ ਅਤੇ ਮੇਰੇ ਪੈਰਾਂ ਹੇਠੋਂ ਤਖਤਾ ਹਟਾ ਦਿੱਤਾ ਜਾਵੇਗਾ, ਇਹੀ ਸਭ ਤੋਂ ਵੱਡਾ ਸੱਚ ਹੋਵੇਗਾ। ਇਹ ਮੇਰਾ ਅੰਤ ਹੋਵੇਗਾ। ਮਰਨ ਤੋਂ ਬਾਅਦ ਕੋਈ ਅਗਲਾ ਜਨਮ ਜਾਂ ਜੀਵਨ ਨਹੀਂ ਹੋਵੇਗਾ। ਬਸ ਮੈਂ ਤੇ ਮੇਰੀ ਆਤਮਾ ਦਾ ਸਦਾ ਲਈ ਖਾਤਮਾ ਹੋ ਜਾਵੇਗਾ, ਹੋਰ ਕੁਝ ਵੀ ਨਹੀਂ। ਮੇਰੇ ਕੋਲ ਸਿਰਫ ਇੱਕ ਛੋਟੀ ਜਿਹੀ ਜ਼ਿੰਦਗੀ ਸੀ ਜੋ ਮੈਂ ਇੱਕ ਮਕਸਦ ਲਈ ਜੀਆ। ਮੇਰੇ ਆਪਣੇ ਕੋਈ ਸਵਾਰਥੀ ਇਰਾਦੇ ਨਹੀਂ ਸਨ। ਮੈਂ ਇਸ ਦੇ ਬਦਲੇ ਕੁਝ ਨਹੀਂ ਚਾਹੁੰਦਾ। ਮੈਨੂੰ ਕੋਈ ਇਨਾਮ ਨਹੀਂ ਚਾਹੀਦਾ, ਨਾ ਇਸ ਜਨਮ ਵਿੱਚ ਨਾ ਅਗਲੇ ਜਨਮ ਵਿੱਚ। ਮੈਂ ਆਪਣੇ ਦੇਸ਼ ਦੀ ਆਜ਼ਾਦੀ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ ਕਿਉਂਕਿ ਮੈਂ ਇਹੀ ਚਾਹੁੰਦਾ ਸੀ। ਕੀ ਤੁਸੀਂ ਇਸ ਵਿੱਚ ਹੰਕਾਰ ਦੇਖਦੇ ਹੋ? ਕੀ ਤੁਹਾਨੂੰ ਇਹ ਮਹਾਨ ਕੰਮ ਕਰਨ ਵਿੱਚ ਕਿਤੇ ਵੀ ਮਾਣ ਮਹਿਸੂਸ ਹੁੰਦਾ ਹੈ? ਨਹੀਂ, ਬਿਲਕੁਲ ਨਹੀਂ। ਸਾਨੂੰ ਉਹਨਾਂ ਨੂੰ ਮਾਫ ਕਰਨਾ ਚਾਹੀਦਾ ਹੈ ਜੋ ਸਮਝ ਨਹੀਂ ਸਕਦੇ, ਇਸ ਡੂੰਘੀ ਚੀਜ਼ ਨੂੰ ਮਹਿਸੂਸ ਨਹੀਂ ਕਰ ਸਕਦੇ। ਮੇਰੇ ਤੇ ਇਲਜ਼ਾਮ ਲਾਉਣ ਵਾਲਿਆਂ ਕੋਲ ਕਹਿਣ ਨੂੰ ਤਾਂ ਦਿਲ ਹੈ ਪਰ ਜਜ਼ਬਾਤ ਨਹੀਂ ਹਨ। ਬੜੇ ਦੁੱਖ ਦੀ ਗੱਲ ਹੈ ਕਿ ਮੇਰੇ ਅੰਦਰ ਜੋ ਭਰੋਸਾ ਸੀ ਉਸ ਨੂੰ ਮਾਣ ਸਮਝ ਲਿਆ ਗਿਆ। ਇਹ ਗੱਲ ਦੁੱਖ ਦਿੰਦੀ ਹੈ, ਪਰ ਤੁਸੀਂ ਦੂਜਿਆਂ ਦੀ ਸੋਚ ਨੂੰ ਕਾਬੂ ਨਹੀਂ ਕਰ ਸਕਦੇ। ਜੇ ਤੁਸੀਂ ਕਿਸੇ ਵੱਡੇ ਆਦਮੀ ਦੇ ਖਿਲਾਫ ਕੋਈ ਸਵਾਲ ਜਾਂ ਕੁਝ ਬੋਲਦੇ ਹੋ ਤਾਂ ਉਸ ਨੂੰ ਤੁਹਾਡਾ ਹੰਕਾਰ ਕਿਹਾ ਜਾਂਦਾ ਹੈ। ਕੁਝ ਲੋਕ ਸਮਝਦੇ ਹਨ ਕਿ ਉਹ ਆਪਣੇ ਆਪ ਨੂੰ ਬਹੁਤ ਵੱਡਾ ਅਤੇ ਮਹਾਨ ਵਿਅਕਤੀ ਸਮਝਦਾ ਹੈ। ਕੀ ਅਜਿਹੀ ਸੋਚ ਅੰਧ ਵਿਸ਼ਵਾਸ ਨਹੀਂ? ਇੱਕ ਕ੍ਰਾਂਤੀਕਾਰੀ ਹੋਣ ਦੇ ਨਾਤੇ ਮੈਂ ਆਜ਼ਾਦ ਵਿਚਾਰਾਂ ਵਾਲਾ ਹਾਂ। ਮੈਨੂੰ ਪੁਰਾਣੀਆਂ ਗੱਲਾਂ ਅਤੇ ਸੋਚ ਨੂੰ ਚੁਣੌਤੀ ਦੇਣ ਦਾ ਹੱਕ ਹੋਣਾ ਚਾਹੀਦਾ ਹੈ।
ਉਦਾਹਰਨ ਲਈ ਗਾਂਧੀ ਜੀ ਦੀ ਗੱਲ ਕਰੀਏ, ਕਿਉਂਕਿ ਉਹ ਇੱਕ ਮਹਾਨ ਵਿਅਕਤੀ ਹੈ, ਕੋਈ ਵੀ ਉਹਨਾਂ ਦੇ ਵਿਰੁੱਧ ਨਹੀਂ ਬੋਲ ਸਕਦਾ। ਉਹ ਰਾਜਨੀਤੀ, ਅਰਥਸ਼ਾਸਤਰ, ਨੈਤਿਕਤਾ ਅਤੇ ਧਰਮ ਬਾਰੇ ਜੋ ਵੀ ਕਹਿਣਗੇ ਸਭ ਕੁਝ ਸਹੀ ਹੋਵੇਗਾ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਉਸ ਨਾਲ ਸਹਿਮਤ ਹੋ ਜਾਂ ਨਹੀਂ, ਤੁਹਾਨੂੰ ਬਸ ਉਸ ਨੂੰ ਮੰਨਣਾ ਹੀ ਪਵੇਗਾ। ਕੀ ਇਸ ਤਰ੍ਹਾਂ ਦੀ ਸੋਚ ਸਾਨੂੰ ਕਦੇ ਅੱਗੇ ਵਧਣ ਦੇਵੇਗੀ? ਮੈਨੂੰ ਪੱਕਾ ਪਤਾ ਹੈ, ਬਿਲਕੁਲ ਨਹੀਂ। ਇਹ ਆਜ਼ਾਦ ਸੋਚ ਨਹੀਂ ਹੈ, ਇਹ ਸਿਰਫ ਪ੍ਰਤੀਕਰਮ ਹੈ। ਇਹ ਅੰਧ ਵਿਸ਼ਵਾਸ ਵਰਗਾ ਹੈ। ਇਹ ਇਸ ਤਰ੍ਹਾਂ ਹੈ ਜਿਵੇਂ ਤੁਸੀਂ ਰੱਬ ਦੀ ਪੂਜਾ ਕਰਦੇ ਹੋ ਕਿਉਂਕਿ ਤੁਹਾਡੇ ਘਰ ਦੇ ਵੱਡੇ ਬਜ਼ੁਰਗਾਂ ਨੇ ਇਹ ਕੀਤਾ ਸੀ। ਮੈਂ ਸਪਸ਼ਟ ਤੌਰ ਤੇ ਕਹਿ ਰਿਹਾ ਹਾਂ ਕਿ ਮੇਰੇ ਨਾਸਤਿਕ ਹੋਣ ਦਾ ਕਾਰਨ ਹੰਕਾਰ ਨਹੀਂ ਹੈ। ਮੈਂ ਇਹ ਵੀ ਜਾਣਦਾ ਹਾਂ ਕਿ ਇਸ ਸਮੇਂ ਰੱਬ ਤੇ ਭਰੋਸਾ ਰੱਖਣ ਨਾਲ ਮੈਨੂੰ ਤਾਕਤ ਮਿਲੇਗੀ, ਮੇਰੀਆਂ ਮੁਸ਼ਕਲਾਂ ਘੱਟ ਹੋ ਜਾਣਗੀਆਂ। ਪਰ ਮੈਂ ਇੱਕ ਨਾਸਤਿਕ ਹਾਂ, ਇਸ ਲਈ ਚੀਜ਼ਾਂ ਸਖਤ ਅਤੇ ਖੁਸ਼ਕ ਨੇ। ਮੈਨੂੰ ਆਪਣੇ ਭਵਿੱਖ ਦਾ ਸਾਹਮਣਾ ਕਰਨ ਲਈ ਕਿਸੇ ਵੀ ਵਹਿਮ ਦੀ ਲੋੜ ਨਹੀਂ ਹੈ। ਮੈਂ ਆਪਣੇ ਆਪ ਨੂੰ ਮੁਕਤ ਹੋਣ ਦੀ ਇੱਛਾ ਵਿੱਚ ਗਵਾਉਣਾ ਨਹੀਂ ਚਾਹੁੰਦਾ। ਮੈਂ ਅਸਲੀਅਤ ਵਿੱਚ ਰਹਿਣਾ ਚਾਹੁੰਦਾ ਹਾਂ। ਮੇਰੀ ਕਿਸਮਤ ਵਿੱਚ ਜੋ ਲਿਖਿਆ ਹੈ ਮੈਂ ਉਸ ਨੂੰ ਸਵੀਕਾਰ ਕਰਾਂਗਾ ਅਤੇ ਕਾਰਨ ਜਾਣ ਕੇ ਸਵੀਕਾਰ ਕਰਾਂਗਾ। ਇਹ ਥੋੜਾ ਮੁਸ਼ਕਿਲ ਹੈ ਪਰ ਮੈਂ ਸਫਲ ਹੋਣ ਦੀ ਪੂਰੀ ਕੋਸ਼ਿਸ਼ ਕਰਾਂਗਾ। ਅੱਗੇ ਭਗਤ ਸਿੰਘ ਲਿਖਦੇ ਨੇ, ਜੇ ਮੇਰੇ ਨਾਸਤਿਕ ਹੋਣ ਦਾ ਕਾਰਨ ਹੰਕਾਰ ਨਹੀਂ ਹੈ ਤਾਂ ਕੀ ਹੈ? ਹੁਣ ਮੈਂ ਇਸ ਦਾ ਜਵਾਬ ਦੇਣ ਜਾ ਰਿਹਾ ਹਾਂ। ਪੁਰਾਣੇ ਸਮਿਆਂ ਦੇ ਲੋਕਾਂ ਕੋਲ ਇਸ ਸੰਸਾਰ ਦੇ ਭੇਦ ਨੂੰ ਸਮਝਣ ਦਾ ਕੋਈ ਤਰੀਕਾ ਨਹੀਂ ਸੀ, ਇਸ ਲਈ ਉਹ ਰੱਬ ਦੀ ਹੋਂਦ ਦਾ ਵਿਚਾਰ ਲੈ ਕੇ ਆਏ। ਉਹਨਾਂ ਕੋਲ ਇਸ ਗੱਲ ਦਾ ਕੋਈ ਸਬੂਤ ਨਹੀਂ ਸੀ ਕਿ ਸੂਰਜ ਕਿਵੇਂ ਚੜ੍ਹਦਾ ਅਤੇ ਡੁੱਬਦਾ ਹੈ। ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਮੀਂਹ ਕਿਉਂ ਪੈਂਦਾ ਹੈ ਅਤੇ ਅੱਗ ਕਿਉਂ ਬਲਦੀ ਹੈ। ਇਸ ਲਈ ਹਰੇਕ ਨੇ ਆਪਣੀ ਗੱਲ ਸਮਝਾਉਣ ਲਈ ਵੱਖੋ ਵੱਖਰੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਹੀ ਕਾਰਨ ਹੈ ਕਿ ਅੱਜ ਬਹੁਤ ਸਾਰੇ ਵੱਖੋ ਵੱਖਰੇ ਧਰਮ ਹਨ। ਪੂਰਬ ਅਤੇ ਪੱਛਮ ਦੇ ਲੋਕਾਂ ਦੀ ਰੱਬ ਨਾਲ ਸੰਬੰਧਿਤ ਵੱਖ-ਵੱਖ ਕਹਾਣੀਆਂ ਹਨ। ਇਹ ਸੰਸਾਰ ਕਿਵੇਂ ਬਣਿਆ ਅਤੇ ਕੁਦਰਤ ਦੀਆਂ ਘਟਨਾਵਾਂ ਨਾਲ ਸੰਬੰਧਿਤ ਵੱਖ-ਵੱਖ ਕਹਾਣੀਆਂ ਹਨ। ਪੂਰਬ ਵਿੱਚ ਹਿੰਦੂ ਅਤੇ ਮੁਸਲਮਾਨ ਦੋ ਵੱਖ-ਵੱਖ ਧਰਮ ਹਨ। ਇੱਥੋਂ ਤੱਕ ਕਿ ਭਾਰਤ ਵਿੱਚ ਬ੍ਰਾਹਮਣ, ਜੈਨ, ਬੁੱਧ ਧਰਮ ਸਾਰੇ ਇੱਕ ਦੂਜੇ ਤੋਂ ਬਹੁਤ ਵੱਖਰੇ ਹਨ। ਬ੍ਰਾਹਮਣ ਸਮਾਜ ਵਿੱਚ ਵੀ ਸਨਾਤਨ ਧਰਮ ਅਤੇ ਆਰੀਆ ਸਮਾਜ ਦੇ ਵਿਚਾਰ ਇੱਕ ਦੂਜੇ ਨਾਲ ਨਹੀਂ ਮਿਲਦੇ। ਹਰ ਧਰਮ ਦੀ ਵੱਖਰੀ ਸੋਚ ਹੁੰਦੀ ਹੈ। ਉਹ ਮੰਨਦੇ ਨੇ ਤੇ ਕਹਿੰਦੇ ਨੇ ਕਿ ਉਹਨਾਂ ਦੀ ਸੋਚ ਤੇ ਕਹਾਵਤ ਸੱਚ ਅਤੇ ਦਰੁਸਤ ਹੈ। ਇਹ ਸੋਚ ਮੈਨੂੰ ਉਦਾਸ ਕਰਦੀ ਹੈ। ਕਾਸ਼ ਜੇਕਰ ਪੁਰਾਣੇ ਸਮਿਆਂ ਦੇ ਸੂਝਵਾਨ ਲੋਕ ਇਕੱਠੇ ਹੋ ਕੇ ਸੋਚਦੇ, ਉਹਨਾਂ ਨੂੰ ਇਸ ਸੰਸਾਰ ਦੇ ਰਹੱਸ ਦਾ ਅਸਲ ਕਾਰਨ ਸਮਝ ਆ ਜਾਂਦਾ। ਪਰ ਅਜਿਹਾ ਨਹੀਂ ਹੋਇਆ। ਕੁਝ ਲੋਕ ਆਪਣੀ ਗੱਲ ਤੋਂ ਪਿੱਛੇ ਹਟਣ ਲਈ ਤਿਆਰ ਹੀ ਨਹੀਂ ਸਨ ਤੇ ਕੁਝ ਲੋਕ ਦੂਜਿਆਂ ਦੀਆਂ ਗੱਲਾਂ ਸੁਣਨ ਲਈ ਤਿਆਰ ਨਹੀਂ ਸਨ। ਇਸ ਦਾ ਨਤੀਜਾ ਹੈ ਕਿ ਮਨੁੱਖ ਸੱਚ ਤੋਂ ਕੋਹਾਂ ਦੂਰ ਹੋ ਗਿਆ ਹੈ। ਸਾਨੂੰ ਅਸਲੀਅਤ ਦਾ ਕੋਈ ਗਿਆਨ ਹੀ ਨਹੀਂ ਹੈ। ਹੁਣ ਮੇਰੇ ਕੋਲ ਉਹਨਾਂ ਲੋਕਾਂ ਲਈ ਕੁਝ ਸਵਾਲ ਨੇ ਜੋ ਰੱਬ ਨੂੰ ਮੰਨਦੇ ਨੇ। ਰੱਬ ਨੇ ਇਹ ਸੰਸਾਰ ਕਿਉਂ ਬਣਾਇਆ? ਅਜਿਹਾ ਸੰਸਾਰ ਕਿਉਂ ਬਣਾਇਆ ਜਿਸ ਵਿੱਚ ਬਹੁਤ ਦੁੱਖ ਅਤੇ ਦਰਦ ਹੈ? ਇਨਸਾਨ ਵਿੱਚ ਇੰਨੀਆਂ ਕਮੀਆਂ ਕਿਉਂ ਨੇ? ਸਭ ਕੁਝ ਹਾਸਲ ਕਰਨ ਦੇ ਬਾਵਜੂਦ ਉਸ ਦੀਆਂ ਖੁਆਇਸ਼ਾਂ ਕਿਉਂ ਨਹੀਂ ਮੁੱਕਦੀਆਂ? ਹੁਣ ਇਹ ਨਾ ਕਹੋ ਕਿ ਇਹ ਰੱਬ ਦਾ ਨਿਯਮ ਹੈ, ਕਿਉਂਕਿ ਜੇ ਉਸਨੇ ਅਜਿਹੇ ਨਿਯਮ ਬਣਾਏ ਨੇ ਤਾਂ ਉਹ ਸਭ ਤੋਂ ਸ਼ਕਤੀਸ਼ਾਲੀ ਕਿਵੇਂ ਹੋ ਗਿਆ? ਕੀ ਰੱਬ ਇਹ ਸਭ ਦੇਖ ਕੇ ਖੁਸ਼ ਹੁੰਦਾ ਹੈ? ਜੇ ਹਾਂ ਤਾਂ ਉਹ ਬਿਲਕੁਲ ਨੀਰੋ ਵਰਗਾ ਹੈ। ਨੀਰੋ ਇੱਕ ਰੋਮਨ ਰਾਜਾ ਹੈ ਜਿਸ ਨੇ ਆਪਣੇ ਸ਼ੌਂਕ ਅਤੇ ਮौज ਮਸਤੀ ਲਈ ਹਜ਼ਾਰਾਂ ਲੋਕਾਂ ਨੂੰ ਮਾਰਿਆ, ਹਜ਼ਾਰਾਂ ਲੋਕਾਂ ਨੂੰ ਦੁੱਖ ਦਿੱਤਾ। ਹਰ ਕੋਈ ਨੀਰੋ ਨੂੰ ਸ਼ੈਤਾਨ, ਜ਼ਾਲਮ ਰਾਜਾ ਅਤੇ ਪੱਥਰ ਦਿਲ ਆਦਮੀ ਕਹਿਣ ਲੱਗ ਪਿਆ। ਤਾਂ ਫਿਰ ਰੱਬ ਨੀਰੋ ਤੋਂ ਵੱਖ ਕਿਵੇਂ ਹੋ ਸਕਦਾ ਹੈ? ਲੋਕਾਂ ਨੂੰ ਹਰ ਰੋਜ਼ ਇੰਨੇ ਦੁੱਖ ਦਰਦ ਕਿਉਂ ਝੱਲਣੇ ਪੈਂਦੇ ਨੇ? ਇਸ ਸੰਸਾਰ ਵਿੱਚ ਹਰ ਸਮੇਂ ਇੰਨੀ ਬੇਚੈਨੀ ਕਿਉਂ ਹੈ? ਇਸ ਪਿੱਛੇ ਕੀ ਤਰਕ ਹੋ ਸਕਦਾ ਹੈ? ਮੈਂ ਸਾਰੇ ਮੁਸਲਮਾਨ ਅਤੇ ਈਸਾਈ ਲੋਕਾਂ ਨੂੰ ਪੁੱਛਦਾ ਹਾਂ, ਇਸ ਸਭ ਦਾ ਤੁਹਾਡੇ ਕੋਲ ਕੀ ਜਵਾਬ ਹੈ? ਤੁਸੀਂ ਅਗਲੇ ਜਨਮ ਵਿੱਚ ਵਿਸ਼ਵਾਸ ਨਹੀਂ ਰੱਖਦੇ, ਇਸ ਲਈ ਤੁਸੀਂ ਇਹ ਕਹਿ ਨਹੀਂ ਸਕਦੇ ਕਿ ਸਭ ਪਿਛਲੇ ਜਨਮਾਂ ਦੇ ਮਾੜੇ ਕਰਮਾਂ ਦੀ ਸਜ਼ਾ ਹੈ। ਤੁਸੀਂ ਮੰਨਦੇ ਹੋ ਕਿ ਪ੍ਰਮਾਤਮਾ ਨੇ ਇਹ ਸੰਸਾਰ 6 ਦਿਨਾਂ ਵਿੱਚ ਬਣਾਇਆ ਸੀ ਅਤੇ ਹਰ ਦਿਨ ਦੇ ਅੰਤ ਵਿੱਚ ਉਹ ਕਹਿੰਦਾ ਸੀ ਸਭ ਕੁਝ ਚੰਗਾ ਹੈ। ਸਾਰੇ ਮੁਸਲਮਾਨ ਅਤੇ ਈਸਾਈ ਅੱਜ ਆਪਣੇ ਪਰਮੇਸ਼ਵਰ ਨੂੰ ਪੁੱਛੋ, ਉਹਨਾਂ ਨੂੰ ਸਾਰੀਆਂ ਪੁਰਾਣੀਆਂ ਗੱਲਾਂ ਦੱਸੋ, ਜਿਵੇਂ ਕਿ ਸਾਰੀਆਂ ਲੜਾਈਆਂ, ਹੜ੍ਹ ਅਤੇ ਸੋਕੇ ਆਏ, ਭੂਚਾਲ ਅਤੇ ਤੂਫਾਨ ਆਏ, ਅੱਤਵਾਦ, ਗਰੀਬੀ, ਬੱਚਿਆਂ ਅਤੇ ਔਰਤਾਂ ਨਾਲ ਗਲਤ ਸਲੂਕ ਹੋ ਰਿਹਾ ਹੈ। ਇਸ ਬਾਰੇ ਵੀ ਦੱਸੋ। ਕੀ ਤੁਹਾਡਾ ਰੱਬ ਫਿਰ ਵੀ ਕਹੇਗਾ ਸਭ ਠੀਕ ਹੈ? ਦੁਨੀਆ ਵਿੱਚ ਹਰ ਥਾਂ ਲੋਕ ਝੁੱਗੀਆਂ ਵਿੱਚ ਭੁੱਖ ਨਾਲ ਮਰ ਰਹੇ ਨੇ। ਲੋਕਾਂ ਤੋਂ ਵੱਧ ਕੰਮ ਕਰਾ ਕੇ ਉਹਨਾਂ ਨੂੰ ਘੱਟ ਪੈਸੇ ਦਿੱਤੇ ਜਾ ਰਹੇ ਨੇ। ਅਮੀਰ ਹੋਰ ਅਮੀਰ ਹੋ ਰਹੇ ਨੇ। ਉਹਨਾਂ ਨੇ ਗਰੀਬਾਂ ਦਾ ਜਿਉਣਾ ਮੁਸ਼ਕਿਲ ਕਰ ਦਿੱਤਾ ਹੈ। ਹਰ ਰੋਜ਼ ਲੋੜ ਤੋਂ ਵੱਧ ਸਮੱਗਰੀ ਸਮੁੰਦਰ ਵਿੱਚ ਸੁੱਟ ਦਿੱਤੀ ਜਾਂਦੀ ਹੈ। ਇਸ ਨੂੰ ਬਣਾਉਣ ਵਾਲੇ ਗਰੀਬ ਹਨ। ਉਹਨਾਂ ਨੂੰ ਦੇਣ ਦੀ ਬਜਾਏ ਬਹੁਤ ਸਾਰਾ ਸਮਾਨ ਬਰਬਾਦ ਕਰ ਦਿੱਤਾ ਜਾਂਦਾ ਹੈ। ਲੋਕਾਂ ਨੂੰ ਗੁਲਾਮ ਬਣਾ ਕੇ ਉਹਨਾਂ ਨੂੰ ਸਤਾਇਆ ਜਾ ਰਿਹਾ ਹੈ। ਅਸੀਂ ਰਾਜਿਆਂ ਦੇ ਵੱਡੇ ਵੱਡੇ ਬੁੱਤ ਬਣਾਉਂਦੇ ਹਾਂ, ਉਹਨਾਂ ਦਾ ਸਤਿਕਾਰ ਕਰਦੇ ਹਾਂ। ਆਪਣੇ ਰੱਬ ਨੂੰ ਇਹ ਸਭ ਦਿਖਾਓ ਕਿ ਉਹ ਫਿਰ ਵੀ ਕਹੇਗਾ ਸਭ ਕੁਝ ਚੰਗਾ ਹੈ। ਹੁਣ ਮੈਂ ਹਿੰਦੂਆਂ ਨੂੰ ਪੁੱਛਦਾ ਹਾਂ, ਤੁਸੀਂ ਕਹਿੰਦੇ ਹੋ ਕਿ ਜੇਕਰ ਕੋਈ ਅੱਜ ਦੁੱਖ ਭੋਗ ਰਿਹਾ ਹੈ ਤਾਂ ਉਹ ਉਸਦੇ ਪਿਛਲੇ ਜਨਮਾਂ ਦੇ ਕਾਰਨ ਹੈ। ਤੁਸੀਂ ਮੰਨਦੇ ਹੋ ਕਿ ਜੋ ਅੱਜ ਰਾਜੇ ਬਣ ਕੇ ਪੈਦਾ ਹੋਏ ਨੇ ਉਹ ਪਿਛਲੇ ਜਨਮਾਂ ਵਿੱਚ ਸਾਧੂ ਸੰਤ ਸਨ, ਇਸ ਲਈ ਇਹ ਉਹਨਾਂ ਦੇ ਚੰਗੇ ਕਰਮਾਂ ਦਾ ਫਲ ਹੈ।
ਇਸ ਲਈ ਮੈਂ ਹਿੰਦੂਆਂ ਨੂੰ ਕਹਾਂਗਾ ਤੁਹਾਡੇ ਪੜਦਾਦਾ ਜੀ ਬਹੁਤ ਹੁਸ਼ਿਆਰ ਸਨ। ਉਹਨਾਂ ਨੇ ਇੰਨੀ ਚਲਾਕੀ ਨਾਲ ਇੱਕ ਅਜਿਹਾ ਸਿਸਟਮ ਬਣਾਇਆ ਜਿਸ ਵਿੱਚ ਬਹਾਨੇ ਬਣਾ ਕੇ ਬਚਿਆ ਜਾ ਸਕਦਾ ਸੀ। ਪਰ ਆਓ ਦੇਖੀਏ ਕਿ ਉਹਨਾਂ ਦੀ ਸੋਚ ਸਵਾਲਾਂ ਦੇ ਜਵਾਬ ਕਿਵੇਂ ਦੇ ਸਕਦੀ ਹੈ। ਮੈਂ ਮੇਰੇ ਪਿਆਰੇ ਹਿੰਦੂਆਂ ਨੂੰ ਇਹ ਦੱਸ ਰਿਹਾ ਹਾਂ, ਜਿਨ੍ਹਾਂ ਲੋਕਾਂ ਕੋਲ ਸੱਤਾ ਤੇ ਪੈਸਾ ਹੈ ਉਹਨਾਂ ਲੋਕਾਂ ਨੇ ਅਗਲੇ ਅਤੇ ਪਿਛਲੇ ਜਨਮ ਦੀ ਗੱਲ ਕੀਤੀ ਹੈ। ਉਹ ਸਿਰਫ ਆਪਣੀ ਸੱਤਾ, ਆਪਣਾ ਰੁਤਬਾ ਬਚਾਉਣ ਲਈ ਅਜਿਹੇ ਕੰਮ ਕਰਦੇ ਨੇ। ਉਹ ਆਪਣੇ ਤੋਂ ਹੇਠਲੇ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਨੇ ਕਿ ਉਹ ਖੁਸ਼ ਹਨ ਕਿਉਂਕਿ ਉਹਨਾਂ ਨੇ ਪਿਛਲੇ ਜਨਮ ਵਿੱਚ ਚੰਗੇ ਕੰਮ ਕੀਤੇ ਨੇ, ਅਤੇ ਦੂਜੇ ਗਰੀਬ ਨੇ ਕਿਉਂਕਿ ਉਹਨਾਂ ਨੇ ਸਿਰਫ ਪਾਪ ਕੀਤਾ ਹੈ। ਗਰੀਬ ਲੋਕ ਆਪਣਾ ਹੱਕ ਮੰਗਣ ਤੋਂ ਵੀ ਡਰਦੇ ਨੇ, ਉਹਨਾਂ ਵਿੱਚ ਇਸ ਨੂੰ ਬਦਲਣ ਦੀ ਹਿੰਮਤ ਹੀ ਨਹੀਂ ਹੈ। ਇਹਨਾਂ ਤਾਕਤਵਰ ਲੋਕਾਂ ਅਤੇ ਧਾਰਮਿਕ ਆਗੂਆਂ ਨੇ ਇੱਕ ਅਜਿਹੀ ਵਿਵਸਥਾ ਬਣਾਈ ਹੈ ਜਿਸ ਵਿੱਚ ਪਿਛਲੇ ਜਨਮ ਅਤੇ ਸਜ਼ਾਵਾਂ ਵਰਗੀਆਂ ਗੱਲਾਂ ਦੱਸੀਆਂ ਜਾਂਦੀਆਂ ਨੇ ਜੋ ਲੋਕਾਂ ਦੇ ਮਨਾਂ ਵਿੱਚ ਡਰ ਪੈਦਾ ਕਰਦੀਆਂ ਨੇ। ਗਰੀਬਾਂ ਦੇ ਕੋੜੇ ਮਾਰਨੇ, ਜੇਲ੍ਹ, ਮੌਤ ਦੀ ਸਜ਼ਾ ਅਤੇ ਕਦੇ ਵੀ ਖਤਮ ਨਾ ਹੋਣ ਵਾਲੀ ਗਰੀਬੀ ਲੋਕਾਂ ਨੇ ਸਵੀਕਾਰ ਕਰ ਲਈ ਹੈ ਕਿਉਂਕਿ ਉਹ ਸਮਝਦੇ ਨੇ ਕਿ ਉਹਨਾਂ ਨੇ ਪਿਛਲੇ ਜਨਮ ਵਿੱਚ ਪਾਪ ਕੀਤੇ ਨੇ, ਇਸ ਲਈ ਉਹ ਇਸ ਦੇ ਹੱਕਦਾਰ ਨੇ। ਇਸ ਲਈ ਗਿਆਨ ਦੇਣ ਵਾਲੇ ਅਤੇ ਅਮੀਰ ਲੋਕ ਇਸ ਦੁਨੀਆ ਦੀਆਂ 99% ਚੀਜ਼ਾਂ ਅਤੇ ਪੈਸੇ ਤੇ ਬੈਠੇ ਨੇ। ਮੈਂ ਤੁਹਾਨੂੰ ਪੁੱਛਦਾ ਹਾਂ, ਜਦੋਂ ਤੁਹਾਡਾ ਰੱਬ ਸਭ ਕੁਝ ਦੇਖ ਰਿਹਾ ਹੈ ਤਾਂ ਉਹ ਲੋਕਾਂ ਨੂੰ ਗਲਤ ਕੰਮ ਕਰਨ ਦੀ ਇਜਾਜ਼ਤ ਕਿਉਂ ਦਿੰਦਾ ਹੈ? ਉਹਨਾਂ ਨੂੰ ਕਿਉਂ ਨਹੀਂ ਰੋਕਦਾ? ਜੇਕਰ ਉਹ ਚਾਹੁੰਦਾ ਤਾਂ ਉਹਨਾਂ ਨੂੰ ਰੋਕ ਸਕਦਾ ਹੈ ਕਿਉਂਕਿ ਬੇਕਸੂਰ ਲੋਕ ਜੰਗ ਵਿੱਚ ਆਪਣੀ ਜਾਨ ਗਵਾ ਦਿੰਦੇ ਨੇ। ਉਸ ਨੇ ਅਜਿਹੇ ਰਾਜਿਆਂ ਨੂੰ ਆਪ ਕਿਉਂ ਨਹੀਂ ਮਾਰਿਆ ਜਾਂ ਉਹਨਾਂ ਦੀ ਅੰਦਰਲੀ ਬੁਰਾਈ ਨੂੰ ਕਿਉਂ ਨਹੀਂ ਮਾਰਿਆ? ਰੱਬ ਇਸ ਯੁੱਧ ਨੂੰ ਹੋਣ ਤੋਂ ਕਿਉਂ ਨਹੀਂ ਰੋਕਦਾ? ਪਰਮਾਤਮਾ ਅੰਗਰੇਜ਼ੀ ਸਰਕਾਰ ਦਾ ਮਨ ਕਿਉਂ ਨਹੀਂ ਬਦਲ ਦਿੰਦਾ ਕਿ ਉਹ ਆਪਣੇ ਆਪ ਹੀ ਭਾਰਤ ਨੂੰ ਛੱਡ ਕੇ ਚਲੇ ਜਾਣ? ਕਿਉਂ ਨਾ ਅਮੀਰ ਅਤੇ ਸੇਠਾਂ ਦੇ ਦਿਲਾਂ ਵਿੱਚੋਂ ਲਾਲਚ ਖਤਮ ਕਰ ਦਿੱਤਾ ਜਾਵੇ ਤਾਂ ਕਿ ਆਮ ਜਨਤਾ ਸ਼ਾਂਤੀ ਨਾਲ ਜੀਵਨ ਜੀ ਸਕੇ। ਅੱਗੇ ਭਗਤ ਸਿੰਘ ਲਿਖਦੇ ਨੇ, ਹੁਣ ਤੁਸੀਂ ਮੈਨੂੰ ਪੁੱਛੋਗੇ ਕਿ ਜੇ ਕੋਈ ਰੱਬ ਨਹੀਂ ਹੈ ਤਾਂ ਮਨੁੱਖ ਨੂੰ ਇਹ ਵਿਚਾਰ ਕਿਵੇਂ ਆਇਆ? ਮੇਰਾ ਜਵਾਬ ਸਧਾਰਨ ਹੈ। ਲੋਕ ਰੱਬ ਤੇ ਉਸੇ ਤਰ੍ਹਾਂ ਯਕੀਨ ਕਰਦੇ ਨੇ ਜਿਵੇਂ ਭੂਤਾਂ ਤੇ ਕਰਦੇ ਨੇ। ਇਹ ਕੇਵਲ ਕਹਾਣੀਆਂ ਅਤੇ ਕਲਪਨਾ ਕਰਕੇ ਹੀ ਬਣਿਆ ਹੈ। ਪਰਮਾਤਮਾ ਅਤੇ ਭੂਤਾਂ ਵਿੱਚ ਫਰਕ ਸਿਰਫ ਇਹ ਹੈ ਕਿ ਹਰ ਕੋਈ ਮੰਨਦਾ ਹੈ ਕਿ ਪਰਮਾਤਮਾ ਇੱਕ ਚੰਗੀ ਊਰਜਾ ਹੈ ਅਤੇ ਸਿਰਫ ਚੰਗਾ ਕੰਮ ਕਰਦਾ ਹੈ। ਇਹ ਸੋਚ ਇੰਨੀ ਡੂੰਘੀ ਅਤੇ ਮਜ਼ਬੂਤ ਬਣਾਈ ਗਈ ਹੈ ਕਿ ਅਜੇ ਵੀ ਖੜੀ ਹੈ। ਜੇ ਕਦੇ ਮਨੁੱਖ ਇਕੱਲਾ ਪੈ ਜਾਵੇ, ਜਦੋਂ ਸਾਰੇ ਦੋਸਤ ਮਿੱਤਰ ਅਤੇ ਪਰਿਵਾਰ ਛੱਡ ਕੇ ਚਲੇ ਜਾਣ, ਤਾਂ ਉਸ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਕੋਈ ਉੱਪਰ ਹੈ ਜੋ ਹਮੇਸ਼ਾ ਉਸ ਦੇ ਨਾਲ ਹੈ। ਉਹ ਪਰਮਾਤਮਾ ਬਹੁਤ ਸ਼ਕਤੀਸ਼ਾਲੀ ਹੈ ਜੋ ਕਦੇ ਧੋਖਾ ਨਹੀਂ ਦਿੰਦਾ। ਮਨੁੱਖ ਨੂੰ ਇਸ ਸੋਚ ਤੋਂ ਸ਼ਾਂਤੀ ਮਿਲਦੀ ਹੈ ਕਿ ਉਹ ਕਦੇ ਇਕੱਲਾ ਨਹੀਂ ਰਹੇਗਾ। ਪਰਮਾਤਮਾ ਕਦੇ ਵੀ ਉਹਨਾਂ ਦਾ ਸਾਥ ਨਹੀਂ ਛੱਡੇਗਾ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਮਨੁੱਖ ਨੇ ਪਰਮਾਤਮਾ ਵਿੱਚ ਵਿਸ਼ਵਾਸ ਸਿਰਫ ਇਸ ਲਈ ਕੀਤਾ ਹੈ ਤਾਂ ਜੋ ਉਹ ਉਸ ਦੇ ਦੁੱਖਾਂ ਨੂੰ ਖਤਮ ਕਰਨ ਵਿੱਚ ਉਸ ਦੀ ਮਦਦ ਕਰ ਸਕੇ। ਜੇਕਰ ਕੋਈ ਵਿਅਕਤੀ ਅਸਲੀਅਤ ਵਿੱਚ ਰਹਿਣਾ ਚਾਹੁੰਦਾ ਹੈ ਜਾਂ ਨਾਸਤਿਕ ਹੈ ਤਾਂ ਉਹ ਸਿਰਫ ਆਪਣੇ ਆਪ ਵਿੱਚ ਵਿਸ਼ਵਾਸ ਰੱਖਦਾ ਹੈ। ਇਹੀ ਮੇਰੀ ਸੋਚ ਹੈ। ਇਸ ਲਈ ਮੈਂ ਜ਼ੋਰ ਦੇ ਕੇ ਕਹਿਣਾ ਚਾਹੁੰਦਾ ਹਾਂ ਕਿ ਹੰਕਾਰ ਨੇ ਮੈਨੂੰ ਨਾਸਤਿਕ ਨਹੀਂ ਬਣਾਇਆ। ਹਰ ਚੀਜ਼ ਨੂੰ ਪਰਖਣ, ਸਮਝਣ ਅਤੇ ਫਿਰ ਮੰਨਣ ਦੀ ਸੋਚ ਨੇ ਮੈਨੂੰ ਨਾਸਤਿਕ ਬਣਾ ਦਿੱਤਾ ਹੈ। ਜੇਕਰ ਮੈਂ ਸਿਰਫ ਇਸ ਲਈ ਪ੍ਰਾਰਥਨਾ ਕਰਨ ਲੱਗ ਪਿਆ ਕਿ ਮੌਤ ਸਾਹਮਣੇ ਹੈ ਤਾਂ ਇਹ ਹੋਰ ਵੀ ਗਲਤ ਹੋ ਜਾਵੇਗਾ। ਮੇਰੇ ਅਨੁਸਾਰ ਪ੍ਰਾਰਥਨਾ ਕਰਨਾ ਮਨੁੱਖ ਦੀ ਸਭ ਤੋਂ ਸਵਾਰਥੀ ਆਦਤ ਹੈ ਜੋ ਉਹ ਆਪਣੇ ਆਪ ਨੂੰ ਬਚਾਉਣ ਲਈ ਕਰਦਾ ਹੈ। ਪ੍ਰਾਰਥਨਾ ਵਿੱਚ ਉਹ ਹਮੇਸ਼ਾ ਕੁਝ ਨਾ ਕੁਝ ਮੰਗਦਾ ਹੀ ਰਹਿੰਦਾ ਹੈ। ਮੈਂ ਆਪਣੇ ਵਰਗੇ ਹੋਰ ਨਾਸਤਿਕ ਲੋਕਾਂ ਬਾਰੇ ਪੜ੍ਹਿਆ ਜਿਨ੍ਹਾਂ ਨੇ ਬਹਾਦਰੀ ਨਾਲ ਮੁਸੀਬਤਾਂ ਦਾ ਸਾਹਮਣਾ ਕੀਤਾ। ਇਸ ਲਈ ਮੈਂ ਆਪਣਾ ਸਿਰ ਉੱਚਾ ਕਰਾਂਗਾ ਅਤੇ ਹਿੰਮਤ ਨਾਲ ਮੌਤ ਦੀ ਸਜ਼ਾ ਨੂੰ ਹੱਸ ਕੇ ਗਲੇ ਲਗਾ ਲਵਾਂਗਾ। ਇੱਕ ਦੋਸਤ ਨੇ ਮੈਨੂੰ ਕਿਹਾ ਕਿ ਤੈਨੂੰ ਮਰਨ ਤੋਂ ਪਹਿਲਾਂ ਪ੍ਰਾਰਥਨਾ ਕਰਨੀ ਚਾਹੀਦੀ ਹੈ, ਪਰ ਮੈਂ ਕਿਹਾ ਨਹੀਂ, ਅਜਿਹਾ ਨਹੀਂ ਹੋਵੇਗਾ। ਅਜਿਹਾ ਕਰਨ ਨਾਲ ਮੈਂ ਡਰਪੋਕ ਅਤੇ ਝੂਠਾ ਹੀ ਕਹਾਵਾਂਗਾ। ਮੈਂ ਅੰਤ ਤੱਕ ਆਪਣੇ ਬਚਨ ਤੇ ਕਾਇਮ ਰਹਾਂਗਾ। ਮੈਂ ਪ੍ਰਾਰਥਨਾ ਨਹੀਂ ਕਰਾਂਗਾ। ਜੇ ਅਜੇ ਵੀ ਮੇਰੇ ਪਾਠਕ ਇਹ ਸਮਝਦੇ ਨੇ ਕਿ ਇਹ ਮੇਰਾ ਹੰਕਾਰ ਹੈ ਤਾਂ ਇਹੀ ਸਹੀ। ਦੋਸਤੋ, ਹੁਣ ਅਸੀਂ ਸਮਝ ਸਕਦੇ ਹਾਂ ਕਿ ਭਗਤ ਸਿੰਘ ਨਾਸਤਿਕ ਕਿਉਂ ਸੀ। ਇਹ ਉਸ ਦਾ ਹੰਕਾਰ ਨਹੀਂ, ਉਸ ਦੀ ਆਜ਼ਾਦ ਸੋਚ ਹੈ। ਤੁਸੀਂ ਸਿੱਖਿਆ ਹੈ ਕਿ ਭਗਤ ਸਿੰਘ ਅਨੁਸਾਰ ਮਨੁੱਖ ਨੇ ਪਰਮਾਤਮਾ ਨੂੰ ਕੇਵਲ ਇਸ ਲਈ ਬਣਾਇਆ ਹੈ ਕਿ ਪਰਮਾਤਮਾ ਉਸ ਨੂੰ ਮੁਸੀਬਤਾਂ ਤੋਂ ਬਚਾ ਸਕੇ। ਸ਼ਾਇਦ ਹੁਣ ਸਾਨੂੰ ਇਹ ਸੋਚਣ ਦੀ ਲੋੜ ਹੈ ਕਿ ਨਾਸਤਿਕ ਹੋਣਾ ਗਲਤ ਹੈ। ਜੇ ਤੁਸੀਂ ਰੱਬ ਨੂੰ ਨਹੀਂ ਮੰਨਦੇ ਤਾਂ ਕੀ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਲੋਕਾਂ ਤੇ ਰਾਜ ਕਰ ਰਹੇ ਹੋ ਜਾਂ ਆਪਣੇ ਆਪ ਨੂੰ ਰੱਬ ਸਮਝਦੇ ਹੋ? ਕੀ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਇੱਕ ਬੁਰੇ ਵਿਅਕਤੀ ਹੋ? ਇਹ ਸਾਨੂੰ ਜ਼ਰੂਰ ਸੋਚਣਾ ਚਾਹੀਦਾ ਹੈ। ਭਗਤ ਸਿੰਘ ਲੋਕਾਂ ਦੀ ਜ਼ਿੰਦਗੀ ਨੂੰ ਬਦਲਣਾ ਚਾਹੁੰਦੇ ਸਨ, ਇਸ ਨੂੰ ਸੁਧਾਰਨਾ ਚਾਹੁੰਦੇ ਸਨ, ਗਰੀਬੀ ਦੂਰ ਕਰਨਾ ਚਾਹੁੰਦੇ ਸਨ। ਅੱਜ ਭਾਰਤ ਆਜ਼ਾਦ ਹੋ ਗਿਆ ਹੈ, ਪਰ ਅਜੇ ਵੀ ਅਸੀਂ ਮਜ਼ਬੂਤ ਅਤੇ ਵਿਕਸਿਤ ਦੇਸ਼ ਬਣਾਉਣ ਲਈ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਾਂ। ਜੇਕਰ ਤੁਸੀਂ ਭਗਤ ਸਿੰਘ ਤੋਂ ਕੁਝ ਲੈਣਾ ਚਾਹੁੰਦੇ ਹੋ ਤਾਂ ਸਿੱਖੋ ਕਿ ਅਸੀਂ ਆਪਣੇ ਪੈਰਾਂ ਤੇ ਖੜਨਾ ਹੈ, ਆਪਣੇ ਗੋਲ ਦੀ ਪ੍ਰਾਪਤੀ ਲਈ ਸਖਤ ਮਿਹਨਤ ਕਰਨੀ ਹੈ। ਕੋਈ ਦੇਵਤਾ ਜਾਂ ਕੋਈ ਊਰਜਾ ਤੁਹਾਡੇ ਲਈ ਅਜਿਹਾ ਨਹੀਂ ਕਰ ਸਕਦੀ। ਸਾਡੇ ਦੇਸ਼ ਦੀ ਕਿਸਮਤ ਸਾਡੇ ਹੱਥਾਂ ਵਿੱਚ ਹੈ। ਇਸ ਨੂੰ ਬਚਾਉਣਾ ਅਤੇ ਅੱਗੇ ਲਿਜਾਉਣਾ ਸਾਡੀ ਜ਼ਿੰਮੇਵਾਰੀ ਹੈ। ਤੁਸੀਂ ਸਫਲ ਹੋ ਜਾਂ ਨਹੀਂ, ਇਹ ਸਿਰਫ ਤੁਹਾਡੇ ਤੇ ਨਿਰਭਰ ਕਰਦਾ ਹੈ, ਕਿਸੇ ਹੋਰ ਤੇ ਨਹੀਂ। ਦੋਸਤੋ, ਉਮੀਦ ਹੈ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ। ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ। ਸਤਿ ਸ੍ਰੀ ਅਕਾਲ।